Now the next thing is we'll talk about screening modalities. Screening ਦਾ ਮਤਲਬ ਹੈਗਾ ਕਿ ਅਸੀਂ ਉਹ ਵਾਲੀ ਚੀਜ਼ਾਂ ਲੱਭਦੇ ਹਾਂ ਜਿਹੜੀਆਂ ਅਸੀਂ ਪ੍ਰੀਵੈਂਟ ਕਰ ਸਕਦੇ ਹਾਂ ਬਿਫੋਰ ਦੇ ਗੈਟ ਟੂ ਬੈਡ। ਸਟੂਲ ਦੇ ਵਿੱਚ ਕੋਈ ਖੂਨ ਤੇ ਨਹੀਂ ਹੈਗਾ, ਪੋਟੀ ਦੇ ਵਿੱਚ ਖੂਨ ਤੇ ਨਹੀਂ ਹੈਗਾ, ਉਹਦੇ ਨਾਲ ਸਾਨੂੰ ਪਤਾ ਲੱਗ ਜਾਂਦਾ ਕਿਉਂਕਿ 90% of cancers have blood in the stool. So that's why we use certain tests to learn to look for certain screening modalities. ਡਾਕਟਰ ਜਿਹੜਾ ਇਹ ਫਲੂ ਫੈਲਿਆ ਹੁਣ ਇੰਨਾ ਕਦੇ ਨਹੀਂ ਬਿਮਾਰਾ ਤੇਜ਼ ਹੋਇਆ ਜਿਹਦੇ 'ਚ ਬੱਚਿਆਂ ਦੀਆਂ ਮੌਤਾਂ ਹੋਣ ਲੱਗ ਪੈਣ। ਹਾਂਜੀ ਹਾਂਜੀ, ਇਹ ਫਲੂ ਆ ਜਾਂ ਕਿ ਕੋਈ ਕਿਸੇ ਕਿਸਮ ਦਾ RSV ਦੀ ਗੱਲ ਚੱਲ ਰਹੀ ਆ, ਵਿੱਚ ਕਹਿੰਦੇ ਕਿ ਕੋਵਿਡ ਦਾ ਕੋਈ ਸਟ੍ਰੇਨ ਆ, ਅਸਲੀ ਕਹਾਣੀ ਕੀ ਹੈ? ਵਾਇਰਸ ਵੀ ਸੇਮ ਨਹੀਂ ਰਹਿੰਦਾ, ਜਿਸ ਹਰ ਇਨਸਾਨ ਡਿਫਰੈਂਟ ਹੈਗਾ ਹਰ ਵਾਇਰਸ ਦਾ। ਫਲੂ ਦੇ ਵਿੱਚ ਵੀ 1 2 3 4 5 6 20 30 ਡਿਫਰੈਂਟ ਟਾਈਪ ਦੇ ਵਾਇਰਸਿਸ ਹੈਗੇ ਆ। ਸੋ ਸਟੱਡੀਜ਼ ਹੁੰਦੀਆਂ ਨੇ ਕਿ ਇਸ ਸਾਲ ਕਿਹੜੇ ਵਾਇਰਸਿਸ ਮੋਰ ਪ੍ਰੈਵਲੈਂਟ ਹੈਗੇ ਸਾਡੀ ਸੋਸਾਇਟੀ ਦੇ ਵਿੱਚ, ਅਤੇ ਉਹਨਾਂ ਨੂੰ ਉਹਨਾਂ ਦਾ ਪੋਸ਼ਨ ਬਣਾ ਕੇ ਤੁਹਾਡੇ ਵਿੱਚ ਠੋਕਦੇ ਆ। ਅਤੇ ਮੇਨ ਕੰਸਰਨ ਮੈਨੂੰ ਸਾਰੇ ਕਹਿੰਦੇ ਨੇ ਕਿ ਜਿਸ ਸਾਲ ਮੈਂ ਫਲੂ ਲਵਾਵਾਂ, ਸ਼ਾਟ ਲਵਾਵਾਂ, ਉਸੀ ਸਾਲ ਮੈਂ ਬਿਮਾਰ ਹੋਊਂਗਾ। ਡਾਕਟਰ ਇੱਕ ਜਾਣਨਾ ਚਾਹੁੰਦੇ ਨੇ ਸਾਡੇ ਸੁਣਨ ਵਾਲੇ ਕਿ ਉਹਨਾਂ ਨੇ ਸ਼ਿੰਗਲ ਦੀ ਇੱਕ ਤਾਂ ਲਵਾ ਲਿਆ ਸੀ ਟੀਕਾ, ਹਾਂਜੀ, 2 ਹੋਰ ਲਵਾਉਣੇ ਸੀ, ਉਹ ਭੁੱਲ ਗਏ। ਓਹੋ, ਹੁਣ ਫਿਰ ਕੀ ਉਹ ਦੁਬਾਰਾ ਲਵਾਉਣੇ ਪੈਣੇ ਸਾਰੇ ਜਾਂ ਇਟ ਡਿਪੈਂਡਸ ਕਿ ਕਿੰਨੇ ਟਾਈਮ ਨਿਕਲ ਗਿਆ ਹੈਗਾ। The Harjinder Thin Show. ਡਾਕਟਰ ਓਬਰੋਏ ਜੀ ਆਇਆਂ ਨੂੰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵੈਲਕਮ। ਵੈਲਕਮ, ਥੈਂਕ ਯੂ ਫॉर ਹੈਵਿੰਗ ਮੀ ਅਗੇਨ ਜੀ, ਐਂਡ ਟੂ ਆਲ ਦ ਲਿਸਨਰਸ। ਸੋ ਅੱਜ ਗੱਲ ਅਸੀਂ ਕਰਾਂਗੇ ਪਿਛਲੇ ਟੌਪਿਕ ਦੇ ਉਹਦੇ ਜਸਟ ਕੰਟੀਨਿਊਏਸ਼ਨ ਕਿ ਪ੍ਰੀਵੈਂਟਿਵ ਮੈਡੀਸਨ। ਪਿਛਲੀ ਵਾਰ ਅਸੀਂ ਗੱਲ ਕੀਤੀ ਸੀ ਲਾਈਫਸਟਾਈਲ ਮੈਨੇਜਮੈਂਟ। ਨਾਓ ਦ ਨੈਕਸਟ ਥਿੰਗ ਇਜ਼ ਵਿਲ ਟਾਕ ਅਬਾਊਟ ਸਕਰੀਨਿੰਗ ਮੋਡੈਲਿਟੀਜ਼। ਸਕਰੀਨਿੰਗ ਦਾ ਮਤਲਬ ਹੈਗਾ ਕਿ ਅਸੀਂ ਉਹ ਵਾਲੀ ਚੀਜ਼ਾਂ ਲੱਭਦੇ ਹਾਂ ਜਿਹੜੀਆਂ ਅਸੀਂ ਪ੍ਰੀਵੈਂਟ ਕਰ ਸਕਦੇ ਹਾਂ ਬਿਫੋਰ ਦੇ ਗੈਟ ਟੂ ਬੈਡ। ਪਿਛਲੀ ਵਾਰ ਜਿਹੜੀ ਗੱਲ ਕੀਤੀ ਸੀਗੀ ਕਿ ਜੇ ਆਪਾਂ ਡਾਇਬਟੀਜ਼ ਨੂੰ ਆਉਣ ਤੋਂ ਪਹਿਲਾਂ ਹੀ ਕੰਟਰੋਲ ਕਰ ਲਈਏ, ਉਸ ਤੋਂ ਚੰਗੀ ਮੈਡੀਸਿਨ ਹੈਗੀ ਨਹੀਂ ਕੋਈ। ਹੁਣ ਇੱਦਾਂ ਹੀ ਡਾਕਟਰਸ ਹੁਣ ਬੜੀ ਚੀਜ਼ਾਂ ਲੱਭਦੇ ਹਾਂ ਅਸੀਂ ਵੀ ਕਿ ਸੱਚ ਐਜ਼ ਬ੍ਰੈਸਟ ਕੈਂਸਰ, ਕੋਲਨ ਕੈਂਸਰ, ਕਿਉਂਕਿ ਸਾਨੂੰ ਪਤਾ ਜੇ ਅਸੀਂ ਪਹਿਲਾਂ ਉਹਨੂੰ ਲੱਭ ਲਈਏ, ਵਨ ਵੀ ਹੈਵ ਗੁੱਡ ਟੈਸਟ ਸੱਚ ਐਜ਼ ਫਿਟ ਟੈਸਟ। ਅਸੀਂ ਲੱਭਦੇ ਹਾਂ ਕਿ ਤੁਹਾਡੇ ਸਟੂਲ ਦੇ ਵਿੱਚ ਕੋਈ ਖੂਨ ਤੇ ਨਹੀਂ ਹੈਗਾ, ਪੋਟੀ ਦੇ ਵਿੱਚ ਖੂਨ ਤੇ ਨਹੀਂ ਹੈਗਾ, ਉਹਦੇ ਨਾਲ ਸਾਨੂੰ ਪਤਾ ਲੱਗ ਜਾਂਦਾ ਕਿਉਂਕਿ 90% of cancers have blood in the stool. So that's why we use certain tests to look for certain screening modalities. ਹੁਣ ਅਸੀਂ ਕਿਹਦੇ ਦੇ ਉੱਤੇ ਕਰਦੇ ਹਾਂ ਸਕਰੀਨਿੰਗ? ਅਸੀਂ ਯੂਜੂਅਲੀ ਕਰਦੇ ਹਾਂ ਕਿਉਂਕਿ ਸਾਡੇ ਕੋਲ ਨਾ ਡਾਟਾ ਬੇਸਿਸ ਹੁੰਦੇ ਆ ਕਿ ਕਿਹੜੀ ਬਿਮਾਰੀਆਂ ਕਿਸ ਇਨਸਾਨ ਨੂੰ ਕਿਹੜੀ ਉਮਰ 'ਤੇ ਆਉਂਦੀਆਂ ਨੇ, ਐਂਡ ਉਸ ਉਮਰ ਦੇ ਹਿਸਾਬ ਨਾਲ ਫਿਰ ਅਸੀਂ ਸਕਰੀਨਿੰਗ ਸ਼ੁਰੂ ਕਰਾਉਂਦੇ ਹਾਂ। ਸੋ ਫੋਰ ਐਗਜ਼ਾਮਪਲ, ਜਦ ਬੱਚਾ ਹੋਣ ਲੱਗ ਪੈਂਦਾ, we screen the mother with genetic screening, ਕਿ Down syndrome, all those things, to inform the mother ਕਿ ਇਹ ਵਾਲੀ ਚੀਜ਼ਾਂ ਹੋ ਸਕਦੀਆਂ ਬੇਬੀ ਨੂੰ। Now if you want to keep the baby, you don't want to keep the baby, ਉਹ ਤੁਹਾਡੀ ਮਰਜ਼ੀ ਆ, but we tell the mother, right? That's one example of screening. Now ਆਮ ਆਦਮੀ ਲਈ ਸਕਰੀਨਿੰਗ ਕਿਹੜੀਆਂ ਇੰਪੋਰਟੈਂਟ ਹੈ ਹੁਣ ਆਮ ਜ਼ਿੰਦਗੀ ਦੇ ਵਿੱਚ? First is I would say for women, if we just talk about women first, is pap screening. It's for cervical cancer ਹੁੰਦਾ, ਉਹ ਔਰਤਾਂ ਨੂੰ ਹੋ ਜਾਂਦਾ, and we start that usually at the age of 25. 25 ਸਾਲ 'ਤੇ ਅਸੀਂ ਸ਼ੁਰੂ ਕਰਦੇ ਹਾਂ। Then every 3 years ਅਸੀਂ basically what we do is we go inside and we basically take a sample cervix ਦੀ, ਬੱਚੇਦਾਨੀ ਤੇ ਜਿਹੜਾ ਮੂੰਹ ਹੁੰਦਾ ਉਹਦਾ ਅਸੀਂ ਸੈਂਪਲ ਲੈ ਕੇ ਲੈਬ ਨੂੰ ਭੇਜਦੇ ਹਾਂ ਦੇਖਣ ਲਈ ਕਿ ਉਹਦੇ ਵਿੱਚ ਕੋਈ ਸੈਲਸ ਖਰਾਬ ਤੇ ਨਹੀਂ ਨੇ, ਅਤੇ ਫਿਰ ਜੇ ਹੈਗਾ ਤਾਂ ਫਿਰ ਦੈਨ 1 ਜਾਂ 2 ਜਾਂ 3 ਜਾਂ ਟੈਸਟ ਆ ਕੇ ਨਿਕਲਦੇ ਆ। ਅਤੇ ਇੱਦਾਂ ਹੀ ਦੂਜੇ ਜਿਹੜੀ ਚੀਜ਼ ਹੁੰਦੀ ਹੈ, ਜਦ ਦੈਨ ਦ ਬਿਗ ਮਾਈਲਸਟੋਨ ਇਜ਼ 50। ਇੱਕ ਇਨਸਾਨ ਜਦ 50 years ਦਾ ਹੋ ਜਾਂਦਾ, ਫਿਰ ਅਸੀਂ ਨੈਕਸਟ ਸਕਰੀਨਿੰਗ ਸ਼ੁਰੂ ਕਰਦੇ ਹਾਂ, ਐਂਡ ਦੀਜ਼ ਆਰ ਵੈਰੀ ਇੰਪੋਰਟੈਂਟ। ਵਨ ਇਜ਼ ਦੀ ਜਿਹੜਾ ਕੋਲਨ ਕੈਂਸਰ ਵਾਲੇ ਦੱਸਿਆ ਸੀ, ਸੋ ਵੀ ਸਟਾਰਟ ਵਿਦ the ਫਿਟ ਟੈਸਟ ਕਿ ਖੂਨ ਲੱਭ ਲਈ। ਦੂਸਰਾ ਹੈਗਾ ਔਰਤਾਂ ਲਈ ਟੈਸਟ ਕੀ ਹੈ? ਸਟੂਲ ਟੈਸਟ। ਹਾਂਜੀ, ਸਟੂਲ ਟੈਸਟ ਹੈਗਾ। ਉਹਦੇ ਵਿੱਚ ਬੇਸਿਕਲੀ ਅਸੀਂ ਇੱਕ ਲੱਭਦੇ ਹਾਂ ਖੂਨ ਦਾ ਮਾਰਕਰ ਉਹਦੇ ਵਿੱਚ, ਕਿਉਂਕਿ ਲਾਈਕ ਆਈ ਸੈਡ 90% more than 90% ਕੋਲਨ ਕੈਂਸਰਸ ਦੇ ਵਿੱਚ ਖੂਨ ਹੁੰਦਾ। ਸੋ ਇਟਸ ਅ ਵੈਰੀ ਈਜ਼ੀ ਚੀਪ ਟੈਸਟ ਜਿਹੜੇ ਅਸੀਂ ਵੀ ਯੂਜ਼ ਵੈਰੀ ਵਾਈਡਲੀ। ਜੇ ਉਹ ਠੀਕ ਆ, ਜੇ ਉਹ 'ਚ ਪੋਜ਼ੀਟਿਵ ਆ ਗਏ, ਦੈਨ ਨੈਕਸਟ ਸਟੈਪ ਇਜ਼ ਕੋਲੋਨੋਸਕੋਪੀ। ਫਿਰ ਜਿਹੜਾ ਕੈਮਰਾ ਨਹੀਂ ਪਾਉਂਦੇ ਥੱਲੋਂ ਅੰਦਰ ਦੇਖਣ ਲਈ, ਪੂਰੀ ਅੰਤੜੀਆਂ ਦੇਖਣ ਲਈ, ਅਤੇ ਉਹ ਅਸਲੀ ਪਹਿਲਾਂ ਉਹ ਬੜੇ ਲੋਕੀ ਕਰਾਉਂਦੇ ਸੀ, ਬਿਫੋਰ ਜੇ ਫਿਟ ਟੈਸਟ ਆਉਣ ਤੋਂ ਪਹਿਲਾਂ ਅਸੀਂ ਸਾਰਿਆਂ ਨੂੰ ਕੋਲੋਨੋਸਕੋਪੀ ਕਰਾਉਂਦੇ ਸੀ। ਲੇਕਿਨ ਕਿਉਂਕਿ ਪਹਿਲਾਂ ਕੋਲੋਨੋਸਕੋਪੀ ਦੇ ਨਾਲ ਰਿਸਕਸ ਹੁੰਦੇ ਆ, ਉਹ ਕੋਲੋਨੋਸਕੋਪੀ ਚੰਗੀ ਨਹੀਂ ਲੱਗਦੀ ਸਾਰਿਆਂ ਨੂੰ ਕਰਾਉਣੀ। ਪਹਿਲਾਂ ਇੰਨੀ ਦੇਰ ਵਾਸ਼ਰੂਮ ਜਾਓ, ਪਹਿਲਾਂ ਪੂਰਾ ਪੇਟ ਖਾਲੀ ਕਰੋ, 3-3 4-4 ਦਿਨ ਲੱਗ ਜਾਂਦੇ ਆ, ਅਤੇ ਉਸ ਦੇ ਕਰਕੇ ਐਂਡ ਦ ਚੀਪਰ ਟੈਸਟ ਵਾਜ਼ ਡੂਇੰਗ ਫਿਟ, ਐਂਡ ਫਿਰ ਉਸ ਤੋਂ ਬਾਅਦ ਕੋਲੋਨੋਸਕੋਪੀ। ਜੇ ਖੁਦ ਨਾ ਖਾਸ ਤਾਂ ਉਹ 'ਚ ਵੀ ਕੁਛ ਆ ਜਾਏ, ਫਿਰ ਅੱਗੇ ਸਰਜਰੀ ਜਾਂ ਜੋ ਵੀ ਹੈਗਾ। ਇਹ ਗੱਲ ਠੀਕ ਹੈ ਕਿ ਫਿਟ ਟੈਸਟ ਦੇ ਵਿੱਚ ਵੀ ਜਿਹੜੀ ਹੈ ਬਹੁਤ ਵਾਰੀ ਹੋਰ ਕਈ ਕਾਰਨਾਂ ਕਰਕੇ ਬਿਨਾਂ ਕੈਂਸਰ ਤੋਂ ਬਲੱਡ ਦੇ ਸਟ੍ਰੇਨਸ ਆ ਜਾਂਦੇ?
ਯੈਸ ਕਨਸਟੀਪੇਸ਼ਨ ਹੋ ਗਈ, ਆਪਣਾ ਬਵਾਸੀਰ ਦੇ ਨਾਲ ਇਹਨੂੰ ਫਿਸ਼ਰਸ, ਇੱਕ ਜੇ ਕੋਈ ਚੀਰਾ ਲੱਗਿਆ ਹੋਏ ਥੱਲੇ, ਕਿਉਂਕਿ ਖੂਨ ਤੇ ਖੂਨ ਆ ਨਾ, ਖੂਨ ਨੂੰ ਪਤਾ ਨਹੀਂ ਕਿੱਥੋਂ ਆ ਰਿਹਾ, ਲੇਕਿਨ ਜਦ ਟੈਸਟ ਹੈਗਾ ਉਹਦੇ ਵਿੱਚ ਖੂਨ ਜੇ ਆ ਜੇ ਫਿਰ ਤਦੇ ਅਸੀਂ ਕੋਲੋਨੋਸਕੋਪੀ ਨੈਕਸਟ ਕਰਦੇ ਹਾਂ, ਜਸਟ ਟੂ ਮੇਕ ਸ਼ੋਰ ਜਿਹੜਾ ਖੂਨ ਦੀ ਸੋਰਸ ਸੀਗੀ ਉਹ ਕੁਛ ਹੋਰ ਨਹੀਂ ਸੀਗੀ। ਐਗਜ਼ੈਕਟਲੀ। ਅਤੇ ਹੋਰ ਜਿਹੜੀ ਖਾਸ ਤੌਰ 'ਤੇ ਆਸਟੀਓਪਰੋਸਿਸ ਦੀ ਅੱਜ ਕੱਲ੍ਹ ਬਹੁਤ ਆਪਣੇ ਸ਼ਿਕਾਇਤ ਚੱਲ ਰਹੀ ਹੈ, ਉਹਦੀ ਵੀ ਕੋਈ ਸਕਰੀਨਿੰਗ ਹੈਗੀ? ਹਾਂਜੀ, ਉਹਦੇ ਲਈ ਅਸੀਂ ਡੈਕਸਾ ਸਕੈਨ ਕਰਦੇ ਹਾਂ। ਇਟਸ ਅ ਬੋਨ ਸਕੈਨ ਐਂਡ ਬੇਸਿਕਲੀ ਉਹ ਔਰਤਾਂ ਨੂੰ ਆਸਟੀਓਪਰੋਸਿਸ ਜ਼ਿਆਦਾ ਹੋਣ ਦੀ ਪਰਸੈਂਟੇਜ ਹੈਗੀ, ਕਿਉਂਕਿ ਇੱਕ ਵਾਰ ਮੈਨੋਪੌਜ਼ ਹੋ ਜਾਏ ਨਾ, ਜਦ ਪੀਰੀਅਡ ਬੰਦ ਹੋ ਜਾਂਦੇ ਨੇ ਔਰਤਾਂ ਦੇ, ਉਸ ਤੋਂ ਬਾਅਦ ਕੀ ਹੁੰਦਾ ਕਿ ਐਸਟ੍ਰੋਜਨ ਜਿਹੜੀ ਓਵਰੀਜ਼ ਬਣਾਉਂਦੀਆਂ ਨੇ ਉਹ ਘੱਟ ਜਾਂਦੀ ਹੈ ਬੋਡੀ ਦੇ ਵਿੱਚ। ਅੱਛਾ। ਹਾਂਜੀ, ਅਤੇ ਐਸਟ੍ਰੋਜਨ ਇਜ਼ ਰੀਅਲੀ ਇੰਪੋਰਟੈਂਟ ਫॉर ਬੋਨ ਹੈਲਥ, ਸਪੈਸ਼ਲੀ ਇਨ ਵੂਮਨ। ਅਤੇ ਕੀ ਹੁੰਦਾ ਜਦ ਉਹ ਘੱਟ ਜਾਂਦੀ ਆ ਅਤੇ ਬੋਨ ਫਰੈਜਾਈਲ ਹੋ ਜਾਂਦੀਆਂ ਨੇ। ਜਦ ਬੋਨ ਫਰੈਜਾਈਲ ਹੋ ਜਾਂਦੀਆਂ ਨੇ ਦੈਨ ਦੈਟ ਲੀਡਸ ਟੂ ਫ੍ਰੈਕਚਰਸ, ਰਾਈਟ। ਨਾਓ ਹੁਣ ਰਿਸਕ ਫੈਕਟਰਸ, ਮੈਂ ਪਿਛਲੀ ਵਾਰ ਵੀ ਦੱਸਿਆ ਸੀ ਨਾ ਤੁਹਾਨੂੰ, ਰਿਸਕ ਫੈਕਟਰਸ ਆਰ ਥਿੰਗਸ ਵੀ ਲੁੱਕ ਫੋਰ ਇਨ ਪੀਪਲ, ਕਿ ਇਸ ਇਨਸਾਨ ਨੂੰ ਜੇ 1, 2 ਜਾਂ 3 ਚੀਜ਼ਾਂ ਨੇ ਇਹਦੇ ਰਿਸਕ ਜ਼ਿਆਦਾ ਵੱਧ ਜਾਂਦੇ ਨੇ, ਉਹਨਾਂ ਦੀ ਟੈਸਟਿੰਗ ਪਹਿਲਾਂ ਕਰਦੀ ਹੈ, ਰਾਈਟ। ਐਵਰੇਜ ਔਰਤ ਨੂੰ ਅਸੀਂ ਅਰਾਊਂਡ ਦੀ ਏਜ ਆਫ 65 ਸ਼ੁਰੂ ਕਰ ਦਿੰਦੇ ਹਾਂ ਆਸਟੀਓਪਰੋਸਿਸ ਇੱਕ ਡੈਕਸਾ ਸਕੈਨ ਕਰਨ ਲਈ। ਉਹਦਾ ਥੋੜ੍ਹੀ ਹੋਰ ਅਰਲੀ ਕਰ ਲੈਂਦੇ ਹਾਂ ਜੇ ਇਫ ਲੌਂਗ, ਫੋਰ ਐਗਜ਼ਾਮਪਲ ਮੈਂ 1-2 ਚੀਜ਼ਾਂ ਦੇਣਾ, ਕਿ ਜੇ ਤੁਹਾਨੂੰ ਲੌਂਗ ਟਰਮ ਸਟੇਰੋਇਡ ਯੂਜ਼ ਹੈਗਾ, ਲਾਈਕ ਪ੍ਰੈਡਨਿਜ਼ੋਨ or other steroids for other diseases, because that leads to degradation in bone health too, right? That's one example. ਫਿਰ ਉਹਨਾਂ ਲਈ ਅਸੀਂ ਥੋੜ੍ਹੀ ਛੇਤੀ ਸ਼ੁਰੂ ਕਰ ਦਿੰਦੇ ਹਾਂ। But in general, to prevent osteoporosis or to prevent its progression, ਅਸੀਂ ਫਿਰ ਦਵਾਈਆਂ ਵੀ ਹੈਗੀਆਂ ਇੱਕ ਵਾਰ ਹੋ ਜਾਵੇ। But every woman I tell them to at least take vitamin D and calcium at the right after menopause. ਸ਼ੁਰੂ ਕਰ ਦਿਓ, it won't hurt you. And you can take 800 milligram, like 800 of calcium and 1000 of vitamin D. ਵਾਈਟਾਮਿਨ ਡੀ ਤਾਂ ਵੈਸੇ, ਕਿਉਂਕਿ ਕੈਨੇਡਾ 'ਚ ਅਸੀਂ ਰਹਿੰਦੇ ਹਾਂ, ਇੱਥੇ ਧੁੱਪ ਘੱਟ ਮਿਲਦੀ ਹੈ ਸਾਰਿਆਂ ਨੂੰ, ਅਤੇ ਘੱਟ ਰਹਿੰਦੀ ਹੈ। ਡਾਕਟਰ ਵੀ ਵਾਈਟਾਮਿਨ ਡੀ ਲੈਣ ਨਾਲ ਪੱਥਰੀ ਹੋ ਜਾਂਦੀ ਹੈ, ਸਟੋਨ ਦੇ ਹੋ ਜਾਂਦੇ ਆ ਕਿਡਨੀ ਦੇ ਵਿੱਚ। ਸੀ ਉਹ ਇੱਕ that's a very sensitive topic, like how much that actually contributes is still controversial, ਕਿਉਂਕਿ ਵਾਈਟਾਮਿਨ ਡੀ ਦੇ ਨਾਲ ਜਿਹੜਾ ਕੈਲਸ਼ੀਅਮ ਦਾ ਰੋਲ ਹੈਗਾ ਨਾ, ਐਂਡ ਕੈਲਸ਼ੀਅਮ ਦਾ ਰੋਲ ਪੱਥਰੀ ਬਣਾਉਣ 'ਚ ਜਿਹੜਾ ਰੋਲ ਹੈਗਾ, ਇਟਸ ਵੈਰੀ ਹੈਂਡ ਇਨ ਹੈਂਡ, ਰਾਈਟ। ਕੈਲਸੀਫਿਕੇਸ਼ਨ ਹੋ ਜਾਂਦੀ ਹੈ। ਐਗਜ਼ੈਕਟ, ਕੈਲਸੀਫਿਕੇਸ਼ਨ ਹੋ ਸਕਦੀ ਹੈ, ਹਾਂਜੀ। ਸੋ ਫਿਰ ਜੇ ਹੁਣ ਵਾਈਟਾਮਿਨ ਡੀ ਨਹੀਂ ਲੈਂਦੇ, ਧੁੱਪ ਹੈ ਨਹੀਂ ਇੱਥੇ, ਤਾਂ ਮਰਦੇ ਆ। ਜੇ ਤੁਸੀਂ ਵਾਈਟਾਮਿਨ ਡੀ ਲੈਂਦੇ ਹੋ ਤਾਂ ਕਿਡਨੀ ਸਟੋਨਸ ਹੁੰਦੇ ਨੇ, ਫਿਰ ਕੀ ਕੀਤਾ ਜਾਣਾ ਚਾਹੀਦਾ? ਅਤੇ ਕਿਡਨੀ ਸਟੋਨ ਇੰਨੇ ਵੀ ਨਹੀਂ ਹੁੰਦੇ ਕਿ ਮੈਂ ਕਿਸੇ ਨੂੰ ਕਹਿ ਦੇਵਾਂ ਕਿ ਤੁਸੀਂ ਨਾ ਲਿਓ ਵਾਈਟਾਮਿਨ ਡੀ, ਰਾਈਟ। ਕਦੇ ਕਦਾਰ ਜਿਨ੍ਹਾਂ ਲੋਕਾਂ ਦਾ ਲੋ ਹੁੰਦਾ ਵਾਈਟਾਮਿਨ ਡੀ, ਜਿਹਨਾਂ ਦਾ ਬਹੁਤ ਹੀ ਲੋ ਹੋਏਗਾ, ਉਹਨਾਂ ਨੂੰ ਅਸੀਂ 50,000 ਵੀ ਦਿੰਦੇ ਹਾਂ ਪਰ ਵੀਕ ਫॉर ਲਾਈਕ 4 or 5 weeks in a row, right? So it depends ਕਿ ਤੁਸੀਂ ਕਿਹੜੇ ਸਪੈਕਟਰਮ 'ਤੇ ਕਿੱਥੇ ਹੋ, right? And a little bit vitamin D long term has not a lot of side effects, nahi. Right? The benefit je tonu chahida na, the benefit of vitamin D taking it daily versus the risk of getting kidney stone, the benefit outweighs the risk. Zindagi de vich koi free nahi, there's no free lunch, kehande hai na si, there's nothing free, kuch paan le kuch khona penda, right? Je tusi vitamin D leni hai, you want to have good bones, you might have a little bit of a risk of kidney stone. ਅੱਛਾ, ਜਿਹੜੀ ਮੈਨਸ ਦੀ ਸਕਰੀਨਿੰਗ ਆ ਉਹਦੇ ਵਿੱਚ ਕੀ ਕੀ ਸ਼ਾਮਲ ਆ? Very important. So men's ਦੀ colonoscopy, I mean a fit test men ਦੇ ਵਿੱਚ ਵੀ ਆਉਂਦੀ ਆ। ਫਿਰ men ਦੇ ਵਿੱਚ ਆਉਂਦੇ ਆ ਕਿ what we call PSA screening, very controversial। ਉਹ ਵੀ prostate screening, ਉਹ ਵੀ very controversial ਹੈਗਾ। ਕੁਛ ਲੋਕੀ ਕਹਿੰਦੇ ਆ ਕਿ ਇੱਕ finger test, ਜਿਹੜੇ ਆਪਣਾ ਥੱਲੋਂ, ਹਾਂਜੀ, ਉਂਗਲ ਪਾ ਕੇ ਦੇਖ ਲਾ ਕਿ ਕਿੰਨਾ ਵੱਡਾ prostate ਹੈਗਾ, ਇੱਕ ਕੁਛ ਲੋਕੀ ਉਹ prefer ਕਰਦੇ ਆ। ਐਂਡ ਕੁਛ ਲੋਕੀ ਕਰਦੇ ਇੱਕ PSA ਸਕਰੀਨਿੰਗ, prostate specific antigen, right? ਹੁਣ the reason ਅਸੀਂ ਸਾਰਿਆਂ ਨੂੰ prostate specific antigen ਨਹੀਂ ਕਰਦੇ use is because ਉਹਦੇ elevate ਹੋਣ ਦੇ ਕਾਰਨ ਬਥੇਰੇ ਨੇ। ਜੇ irritation ਹੋਵੇ ਥੱਲੇ ਜਾਂ ਥੋੜ੍ਹੀ ਜਿਹੀ infection ਹੋਵੇ ਥੱਲੇ, ਉਹ falsely elevate ਹੋ ਜਾਂਦਾ। ਐਂਡ ਜੇ ਉਹ elevate ਹੋ ਜਾਵੇ then again that leads to unnecessary testing। ਉਹਦੇ ਬਾਰੇ ਵੀ ਮੈਂ ਤੁਹਾਨੂੰ ਹਾਲੇ ਗੱਲ ਕਰਾਂਗਾ ਕਿ ਕੀ ਹੁੰਦੇ ਆ unnecessary tests। Exactly. So those are the two main things for men is the fit test and the prostate screening. ਅੱਛਾ, ਉਹਦੇ ਵਿੱਚ ਡਾਕਟਰ ਹੁਣ ਜਿਹੜਾ weight ਦੇ ਬਾਰੇ 'ਚ ਬਹੁਤ ਗੱਲ ਚੱਲ ਰਹੀ ਆ, ਕਿੰਨੇ ਸਾਲਾਂ ਤੋਂ ਚੱਲ ਰਹੀ ਆ, ਪਰ ਮੈਂ ਦੇਖਿਆ ਵੀ ਹੁਣ ਜਿਹੜੀ ਮਾਡਰਨ ਤੁਹਾਡੀ ਮੈਡੀਸਨ ਆ, ਉਹਦੇ ਵਿੱਚ ਕਹਿੰਦੇ ਇੱਕ ਕਨਸੈਪਟ ਇਹ ਵੀ ਆ, ਯੂ ਕੈਨ ਬੀ ਫੈਟ ਐਂਡ ਹੈਲਥੀ। ਇਹ ਜ਼ਰੂਰੀ ਨਹੀਂ ਕਿ ਜੇ ਤੁਸੀਂ ਮੋਟੇ ਹੋ ਤਾਂ ਤੁਹਾਨੂੰ ਬਿਮਾਰੀਆਂ ਹੀ ਲੱਗਣੀਆਂ ਨੇ। ਇਹ ਗੱਲ 'ਚ ਕੋਈ ਤੰਤ ਹੈ? ਸੀ ਇੱਕ ਹੁੰਦੀ ਹੈ ਗੱਲ ਕਿ ਫਰੋਮ ਅ ਮੈਡੀਸਨ ਐਸਪੈਕਟ, ਲਾਈਕ ਤੁਸੀਂ ਮੈਡੀਸਨ ਦੀ ਗੱਲ ਪੁੱਛ ਰਹੇ ਹੋ, ਇੱਕ ਤਾਂ ਪੋਲੀਟੀਕਲ ਬੜੀ ਚੀਜ਼ਾਂ ਹੋ ਜਾਂਦੀਆਂ ਨੇ ਕਿ ਯੂ ਡੋਨਟ ਵਾਂਟ ਟੂ ਕਾਲ ਐਨੀਬਡੀ, ਦਵਾਈਆਂ ਦੀ ਗੱਲ, ਐਗਜ਼ੈਕਟਲੀ। ਫਰੋਮ ਅ ਮੈਡੀਸਨ ਪੁਆਇੰਟ ਆਫ ਵਿਊ ਦੇਰ ਇਜ਼ ਡਾਇਰੈਕਟ ਕੋਰਿਲੇਸ਼ਨ ਬਿਟਵੀਨ
ਜਿਹੜੇ ਰਿਸਕ ਫੈਕਟਰ ਜਿਹੜੇ ਓਬੀਸਿਟੀ ਲਾਉਂਦੀ ਆ ਐਂਡ ਦੀ ਆਊਟਕਮਸ that brings, right? We know ਕਿ ਜਿਹੜੇ ਲੋਕੀ people who are on the heavier side, ਉਹਨਾਂ ਨੂੰ ਡਾਇਬੀਟੀਜ਼ ਹੋ ਜਾਂਦੀ ਆ, ਉਹਨਾਂ ਨੂੰ ਹਾਰਟ ਡਿਜ਼ੀਜ਼ ਦੀ ਜ਼ਿਆਦਾ ਪ੍ਰੈਵਲੈਂਸ ਹੈਗੀ, ਉਹਨਾਂ ਨੂੰ ਕੋਲੈਸਟਰੋਲ ਜ਼ਿਆਦਾ ਵੱਧਦਾ. So there's direct correlation with that, right? Or we can even say causation, right? So ਜਿਹੜਾ ਮੋਟਾਪਾ ਜਿੱਥੇ ਹੈਗਾ ਉੱਥੇ ਬਿਮਾਰੀ ਹੋਏਗੀ, ਹੈਲਥੀ ਨਹੀਂ ਹੋ ਸਕਦਾ ਮੋਟਾ ਬੰਦਾ. I would say ਕਿ it depends on what's your definition of health, right? Again, it's This is the absence of disease. Absence of disease, then definitely to see, because again, there are factors, there's always what we call outliers. Outliers ਸਮਝਦੇ ਹੋ ਕਿ ਉਹ ਥੋੜੀ ਜਿਹੀ percentage ਹੁੰਦੀ ਲੋਕਾਂ ਦੀ ਜਿਹੜੇ ਹਰ ਵਾਰ ਠੀਕ ਰਹਿੰਦੇ ਆ despite being really fat, being really big, but majority ਅਸੀਂ ਸਾਰੇ ਅਸੀਂ ਸਾਰਿਆਂ ਨੂੰ majority ਦੀ ਗੱਲ ਕਰਦੇ ਆ ਨਾ, ਕਿਉਂਕਿ it's easier to put those all in one. It's really hard to be disease free and be overweight. ਡਾਕਟਰ ਜਿਹੜਾ ਇਹ ਫਲੂ ਫੈਲਿਆ ਹੁਣ ਇੰਨਾ ਕਦੇ ਨਹੀਂ ਬਿਮਾਰਾ ਤੇਜ਼ ਹੋਇਆ ਜਿਹਦੇ 'ਚ ਬੱਚਿਆਂ ਦੀਆਂ ਮੌਤਾਂ ਹੋਣ ਲੱਗ ਪੈਣ. ਹਾਂਜੀ ਇਹ ਫਲੂ ਆ ਜਾਂ ਕਿ ਕੋਈ ਕਿਸੇ ਕਿਸਮ ਦਾ RSV ਦੀ ਗੱਲ ਚੱਲ ਰਹੀ ਆ, ਵਿੱਚ ਕਹਿੰਦੇ ਕਿ ਕੋਵਿਡ ਦਾ ਕੋਈ ਸਟ੍ਰੇਨ ਆ, ਅਸਲੀ ਕਹਾਣੀ ਕੀ ਹੈ? ਕਹਾਣੀ ਪਤਾ ਕੀ ਹੈ ਕਿ ਹੁਣ ਅਸੀਂ ਪਿਛਲੇ 3 ਸਾਲਾਂ ਦੇ ਉੱਤੇ ਦੇਖੀਏ ਨਾ, ਅਸੀਂ ਦੂਰ ਰਹਿ ਰਹੇ ਸੀ ਇੱਕ ਦੂਜੇ ਤੋਂ. ਕੋਵਿਡ ਹੋ ਗਿਆ ਸੀਗਾ, ਮਾਸਕ ਪਹਿਨ ਲੱਗ ਪਏ ਸੀਗੇ ਅਸੀਂ, ਆਪਾਂ ਹੈਂਡ ਸੈਨੀਟਾਈਜ਼ ਕਰਦੇ ਸੀ, ਹੈਂਡ ਹਾਈਜੀਨ ਬਿਗ ਪਾਰਟ ਆਫ ਪ੍ਰੀਵੈਂਟਿੰਗ ਡਿਜ਼ੀਜ਼. ਤੇ ਇਟ ਵਾਜ਼ ਰੀਅਲੀ ਗੁੱਡ ਕਿਉਂਕਿ ਕੋਵਿਡ ਫੈਲ ਨਹੀਂ ਰਿਹਾ ਸੀਗਾ ਤੇ ਫਲੂ ਵੀ ਨਹੀਂ ਹੋ ਰਿਹਾ ਸੀ, ਕਿਉਂਕਿ ਇੱਕ ਦੂਜੇ ਨੂੰ ਮਿਲ ਹੀ ਨਹੀਂ ਰਹੇ ਸੀਗੇ. ਫੈਲਣ ਨਹੀਂ, ਇੱਕ ਦੂਜੇ ਨਾਲ ਇੰਟਰੈਕਟ ਕਰਨਗੇ ਤਦ ਹੀ ਫੈਲੂਗਾ ਨਾ. ਤੇ ਬੱਚੇ ਸਪੈਸ਼ਲੀ ਇੱਕ ਦੂਜੇ ਨੂੰ ਦਿੰਦੇ, ਸਕੂਲੋਂ ਹੀ ਲੈ ਕੇ ਆਉਂਦੇ ਰਹੇ, ਤੋ ਉਹਦੇ ਨਾਲ ਸਾਰਾ ਕੁਝ ਠੀਕ ਜਾ ਰਿਹਾ ਸੀਗਾ. ਲੇਕਿਨ ਹੁਣ ਇਹ ਹੋ ਰਿਹਾ ਕਿ ਜੋ ਥਿਊਰੀਜ਼ ਇਨ ਮੈਡੀਸਨ, ਵਨ ਆਫ ਦ ਬਿਗੇਸਟ ਥਿਊਰੀਜ਼ ਇਜ਼ ਕਿ ਦੀ ਜਰਮ ਥਿਊਰੀ, ਕਿ ਅਸੀਂ ਜਦ ਇੱਕ ਦੂਜੇ ਨੂੰ ਇੰਟਰੈਕਟ ਕਰਦੇ ਹਾਂ, ਸਾਡੀ ਬੋਡੀ ਡਿਫੈਂਸ ਬਣਾਉਣ ਲਈ ਥੋੜ੍ਹਾ ਜਿਹਾ ਇਮਿਊਨ ਸਿਸਟਮ ਸਟਰੋਂਗ ਹੁੰਦਾ. ਯੂਜਲੀ ਕੀ ਹੁੰਦਾ ਕਿ ਇੱਕ ਵਾਰ ਫਲੂ ਹੋ ਜਾਂਦਾ ਨਾ, ਅਸੀਂ ਫਾਈਟ ਆਫ ਕਰ ਲੈਂਦੇ ਹਾਂ, ਦੈਨ ਵੀ ਹੈਵ ਮੈਮਰੀ ਸੈਲਸ, ਉਹ ਯਾਦ ਰੱਖਦੀ ਹੈ ਪਿੱਛੇ ਸਟੋਰੇਜ ਦੇ ਵਿੱਚ ਪਾ ਕੇ ਕਿ ਅਗਲੀ ਵਾਰ ਜਦ ਆਊਗਾ ਅਸੀਂ ਇਹ ਹਥਿਆਰ ਕੱਢ ਕੇ ਉਹਨੂੰ ਅਟੈਕ ਕਰ ਲਾਂਗੇ. ਐਂਡ ਦੈਟ ਇਜ਼ ਦੀ ਐਗਜ਼ੈਕਟ ਥਿਊਰੀ ਬਿਹਾਈਂਡ ਵੈਕਸੀਨਸ. ਜਿਹੜੇ ਅਸੀਂ ਵੈਕਸੀਨ ਲਵਾਉਂਦੇ ਹਾਂ, ਜਿਹੜੇ ਕੋਵਿਡ ਦੀ, ਫਲੂ ਸ਼ਾਟ ਜਿਹੜਾ ਹਰ ਸਾਲ ਆਉਂਦਾ, ਜਾਂ ਨਿਊਮੋਨੀਆ ਸ਼ਾਟ ਜਾਂ ਕੋਈ ਵੀ ਸ਼ਿੰਗਰਿਕ ਸ਼ਾਟ, ਕਿ ਜਦ ਇਹ ਬਿਮਾਰੀ ਫਿਰ ਅਗਲੀ ਵਾਰ ਆਵੇ ਅਸੀਂ ਪ੍ਰੀਪੇਅਰਡ ਰਹੀਏ ਅਤੇ ਅਸੀਂ ਫਿਰ ਉਹਨੂੰ ਅਟੈਕ ਕਰੀਏ. ਹੁਣ ਅਨਫੋਰਚੂਨੇਟਲੀ ਜਿਹੜੇ ਬੱਚੇ ਨੇ, ਸਪੈਸ਼ਲੀ ਜਿਹੜੇ ਨਵੇਂ ਬੋਰਨ ਆਏ ਨੇ, ਜਿਹੜੇ ਪਿਛਲੇ 2-3 ਸਾਲ 'ਚ ਜਿਹੜੇ ਬੋਰਨ ਹੋਏ ਸੀਗੇ, ਈਵਨ ਬਿਫੋਰ ਦੈਟ ਉਹਨਾਂ ਨੂੰ ਐਕਸਪੋਜ਼ਰ ਨਹੀਂ ਸੀਗਾ, ਰਾਈਟ, ਇਨ ਵਾਇਰਸਿਸ ਦਾ, ਕਿਉਂਕਿ ਸੈਨੀਟਾਈਜ਼ ਕਰਕੇ ਰੱਖਿਆ ਸੀ, ਦੂਰ ਇੱਕ ਦੂਜੇ ਤੋਂ ਰੱਖਿਆ ਸੀ. ਬੱਚੇ ਦੂਜੇ ਬੱਚੇ ਨਾਲ ਖੇਡ ਵੀ ਨਹੀਂ ਪਾ ਰਹੇ ਸੀਗੇ. ਦੈਟ ਹੈਜ਼ ਅਦਰ ਡੈਟਰਮੈਂਟਸ ਟੂ, ਕਿ ਉਹਨਾਂ ਦੀ ਮੈਂਟਲ ਹੈਲਥ, ਸੋਸ਼ਲ ਇੰਟਰੈਕਸ਼ਨ ਘੱਟ ਸੀਗੀ ਬੱਚਿਆਂ ਦੀ. ਤਾਂ ਕਿਉਂਕਿ ਉਹਦੇ ਕਰਕੇ ਇਮਿਊਨਿਟੀ ਘੱਟ ਗਈ. ਹੁਣ ਜਦ ਇਮਿਊਨ ਰਿਸਪੌਂਸ ਕਿਉਂਕਿ ਹੁਣ ਬਣ ਰਿਹਾ ਤੇ ਥੋੜ੍ਹੀ ਜ਼ਿਆਦਾ ਬਿਮਾਰ ਹੋ ਰਹੇ ਨੇ, ਕਿਉਂਕਿ ਟਾਈਮ ਲੱਗ ਰਿਹਾ. ਇਨ ਅ ਸੈਂਸ ਇੱਕ ਤੁਸੀਂ ਇੱਦਾਂ ਐਨਾਲੋਜੀ ਲੈ ਲਓ ਕਿ ਇੱਕ ਦਰਵਾਜ਼ਾ ਹੈਗਾ, ਹੁਣ ਉਹਦੀ ਲੌਕ ਹੈਗੀ ਕਿ ਬਿਮਾਰੀ ਦਾ ਇਲਾਜ, ਹੁਣ ਚਾਬੀ ਲੱਭਣ ਲਈ ਟਾਈਮ ਲੱਗ ਰਿਹਾ. ਫਿਰ ਤਾਂ ਜਿਹੜੀ ਇਹ ਸਾਫ਼ ਸਫਾਈਏ ਦਾ, ਸੈਨੀਟਾਈਜ਼ੇਸ਼ਨ ਦਾ, ਹੱਥ ਧੋਈ ਜਾਣ ਦਾ, ਤੇ ਇਹਦਾ ਤਾਂ ਨੁਕਸਾਨ ਹੋਇਆ ਕਿਉਂਕਿ ਇਮਿਊਨਿਟੀ ਘੱਟ ਗਈ, ਫਿਰ ਸਾਰਿਆਂ ਦੀ ਘੱਟ ਗਈ ਹੋਣੀ ਹੈ, ਬਜ਼ੁਰਗ ਵੀ ਬਿਮਾਰ ਹੋ ਰਹੇ. ਹਾਂਜੀ, ਸਾਰੇ ਘੱਟਦੇ ਆ. ਉਹੀ ਮੈਂ ਕਿਹਾ ਸੀ ਨਾ, ਕੁਝ ਪਾਉਣ ਲਈ ਕੁਝ ਹੋਣਾ ਪੈਂਦਾ, ਰਾਈਟ. ਅਸੀਂ ਕੋਵਿਡ ਬਚਾਉਣ ਲਈ ਥੋੜ੍ਹਾ ਜਿਹਾ ਹੋਰ ਥੋੜ੍ਹੀ ਬਿਮਾਰ ਹੋ ਰਹੇ ਹਾਂ, ਰਾਈਟ. ਸੋ ਨਥਿੰਗ ਇਜ਼ ਫ੍ਰੀ ਇਨ ਦ ਵਰਲਡ ਐਂਡ ਨਥਿੰਗ ਇਜ਼ ਪਰਫੈਕਟ. ਅਸੀਂ ਕੁਝ ਕਰਦੇ ਹਾਂ, ਫਿਰ ਉਹਦੇ ਨਾਲ ਕੁਝ ਹੋਰ ਵੀ ਕਦੇ ਕਦਾਰ ਹੋ ਜਾਂਦਾ ਨਾ. ਸੋ ਇਹਦੇ ਲਈ ਜਦੋਂ ਬੱਚੇ ਨੂੰ ਬੁਖਾਰ ਹੋ ਜਾਂਦਾ, ਹਾਂਜੀ, ਕੁਝ ਡਾਕਟਰਸ ਕਹਿ ਰਹੇ ਕਿ ਚਿੰਤਾ ਨਾ ਕਰੋ, ਆਪੇ ਠੀਕ ਹੋ ਜਾਏਗਾ. ਹਾਂਜੀ, ਕਿੰਨਾ ਕੁ ਬੁਖਾਰ ਤੇ ਚਿੰਤਾ ਕਰਨੀ ਚਾਹੀਦੀ ਹੈ, ਕਿੰਨਾ ਤੇ ਨਹੀਂ ਕਰਨੀ ਚਾਹੀਦੀ? ਬੱਚੇ ਬਹੁਤ ਬਿਮਾਰ ਹੋ ਰਹੇ ਨੇ. ਹਾਂਜੀ, ਪੇਰੈਂਟਸ ਦੇਖ ਲਓ, ਚਿਲਡਰਨ ਹੌਸਪੀਟਲ ਦੇ ਵਿੱਚ 8-8 10-10 ਘੰਟੇ ਦੀ ਇੰਤਜ਼ਾਰ ਕਰ ਰਹੇ, ਗੋਦੀ 'ਚ ਲਈ ਬੈਠੇ. ਹਾਂਜੀ, ਬੱਚੇ ਰੋ ਰਹੇ ਆ. ਹਾਂਜੀ, ਸੀ ਮੇਰੇ ਕੋਲ ਵੀ ਆਲਮੋਸਟ ਔਨ ਡੇਲੀ ਮੈਂ ਕਹੂੰਗਾ ਐਟਲੀਸਟ 10% ਮੇਰੀ ਇੰਟਰੈਕਸ਼ਨ ਜਿਹੜੀ ਹੋ ਰਹੀਆਂ ਨੇ ਅੱਜ ਕੱਲ੍ਹ, ਮੇਬੀ ਇਵਨ 20 ਡਿਪੈਂਡਿੰਗ ਔਨ ਦ ਡੇ, ਇਹੀ ਇਸੀ ਬਾਰੇ ਹੋ ਰਹੀ ਹੈ ਕਿ ਬੱਚੇ ਬਿਮਾਰ ਹੋ ਰਹੇ ਨੇ. ਅਤੇ ਫਿਰ ਮਾਂ ਪਿਓ ਇੱਕ ਡਾਕਟਰ ਇੱਕ ਵਾਰ ਕਹਿ ਦਿੰਦਾ ਨਾ ਕਿ ਇਹ ਠੀਕ ਹੋ ਜਾਊਗਾ, ਅਤੇ ਇੱਕ ਸ਼ਾਂਤੀ ਹੋ ਜਾਂਦੀ ਨਾ ਮਾਂ ਪਿਓ ਨੂੰ. ਸੋ ਥਿੰਗਸ ਟੂ ਲੁੱਕ ਆਊਟ ਫੋਰ. ਇੱਕ ਤਾਂ ਹੈਗੀ ਕਿਉਂਕਿ ਪਹਿਲਾਂ ਵੀ ਲੋਕ ਬਿਮਾਰ ਹੁੰਦੇ ਸੀ ਤਦ ਵੀ ਠੀਕ ਰਹਿੰਦੇ ਸੀ. ਹੁਣ ਕਿਉਂਕਿ ਇੰਨੇ ਦਿਨਾਂ ਬਾਅਦ ਲੋਕ ਫਿਰ ਤੋਂ ਬਿਮਾਰ ਹੋ ਰਿਹਾ, ਇੱਕ ਸਾਈਕੋਲੋਜੀਕਲ ਵੀ ਹੋ ਰਿਹਾ ਹੈਗਾ, ਐਂਡ ਕਿਉਂਕਿ ਬਿਮਾਰ ਥੋੜ੍ਹੀ ਜ਼ਿਆਦਾ ਦੇਰ ਲਈ ਹੋ ਰਿਹਾ, ਉਹ ਵੀ ਇੱਕ ਹੋਰ ਹੈਗਾ. ਸੋ ਥਿੰਗਸ ਟੂ ਲੁੱਕ ਆਊਟ ਫੋਰ. ਵਨ ਇਜ਼ ਕਿ ਫੀਡਿੰਗ ਕਿੱਦਾਂ ਦੀ ਹੈਗੀ ਬੱਚੇ ਦੀ. ਜੇ ਬੱਚਾ ਖਾਣਾ ਪੀਣ ਵੀ ਘੱਟ ਗਿਆ, ਸਪੈਸ਼ਲੀ ਆਫ ਲਿਕੁਇਡਸ, ਕਿਉਂਕਿ ਡੀਹਾਈਡ੍ਰੇਸ਼ਨ ਇਜ਼ ਵਨ ਆਫ ਦ ਬਿਗੇਸਟ ਕਾਜ਼ਜ਼ ਆਫ ਮੋਰਟੈਲਿਟੀ ਐਂਡ ਆਫ ਲੌਂਗ ਟਰਮ ਬੈਡ ਕੌਨਸੀਕੁਐਂਸਿਸ. ਤੋ ਹਾਈਡ੍ਰੇਸ਼ਨ ਮੇਕ ਸ਼ੋਰ ਕਰੋ ਬੱਚੇ ਨੂੰ ਅੱਛੀ ਦੇਵੋ. ਪੀਡੀਆਲਾਈਟ ਹੈਗਾ ਇੱਕ ਬੈਟਰ ਦੈਨ ਗੇਟੋਰੇਡ, ਕਿਉਂਕਿ ਉਹਦੇ ਵਿੱਚ ਨਾ ਹੋਰ ਨਿਊਟਰੀਐਂਟਸ ਹੁੰਦੇ ਆ ਜਿਹੜੇ ਬੱਚੇ ਨੂੰ ਚਾਹੀਦੇ ਹੁੰਦੇ ਆ, ਲਾਈਕ ਸੱਚ ਐਜ਼ ਇਲੈਕਟ੍ਰੋਲਾਈਟਸ, ਸ਼ੂਗਰਸ, ਸਾਲਟਸ, ਐਵਰੀਥਿੰਗ. ਐਂਡ ਵੈਰਐਜ਼ ਗੇਟੋਰੇਡ ਜ਼ਿਆਦਾ ਸ਼ੂਗਰ ਹੀ ਹੁੰਦੀ ਆ.
You can still give Gatorade, but I would prefer Pedialyte. ਇੱਕ ਤੇ ਉਹ ਹੈਗਾ. Another thing to look out for is the fever responsive to ਦਵਾਈਆਂ. ਜੇ ਬੱਚੇ ਨੂੰ ਫੀਵਰ ਹੈਗਾ, obviously ਫੀਵਰ 'ਚ ਬੱਚੇ ਨੂੰ ਰੱਖਣਾ ਨਹੀਂ ਅਸੀਂ, ਤੇ ਫਿਰ ਅਸੀਂ ਦਵਾਈ ਦਿੰਦੇ ਹਾਂ, Tylenol, Advil, anything. ਜੇ ਉਹਦੇ ਨਾਲ ਫੀਵਰ ਘਟ ਰਿਹਾ, then that's a really good sign that fever is responsive. So if the fever is not responsive to any medication, then definitely at least have the child seen by a koi doctor nu dikha deo, right? Another thing is energy level. Ek te hunda na bacha ro reha, roi ja reha, inconsolable, you know, ek word hega. It's basically ki bacha shant nahi ho reha. ਚਾਹੇ ਮੈਂ ਜੋ ਮਰਜ਼ੀ ਕਰਦੀ ਹਾਂ ਕਿ ਬੱਚਾ ਮੇਰਾ ਸ਼ਾਂਤ ਹੀ ਹੈ, ਕਿਉਂਕਿ ਉਹਨੂੰ ਇੰਨੀ ਦਿੱਕਤ ਹੋ ਰਹੀ ਹੈਗੀ ਕਿ ਇੱਕ ਉਹ ਖਾ ਨਹੀਂ ਰਿਹਾ, ਉਹ ਕੁਝ ਪੀ ਨਹੀਂ ਰਿਹਾ, ਤੇ ਹੁਣ ਉਹ ਚਿੜੀ ਰਹਿ ਰਿਹਾ, ਨਾ ਸੋ ਪਾ ਰਿਹਾ, ਨਾ ਉੱਠ ਪਾ ਰਿਹਾ, ਤੇ ਇੱਦਾਂ ਦਾ ਕੁਝ ਹੈਗਾ, then definitely be seen. ਹਾਂ, ਥੋੜਾ ਮੋਟਾ ਫੀਵਰ ਹੈਗਾ, ਉਹ ਰਿਸਪੌਂਸਿਵ ਟੂ ਮੈਡੀਕੇਸ਼ਨ ਹੈਗੀ, ਥੋੜੇ ਦਿਨਾਂ 'ਚ ਕੁਝ ਨਹੀਂ ਹੋਊਗਾ, ਠੀਕ ਹੀ ਹੋ ਜਾਊਗਾ. ਈਵਨ ਇਨ ਮੈਡੀਸਿਨ, ਇੱਕ ਤਾਂ ਦਵਾਈਆਂ ਇਜ਼ ਅ ਬਿਗ ਹੀਲਰ, ਬਟ ਉਸ ਤੋਂ ਵੱਡਾ ਹੈਗਾ ਟਾਈਮ, ਵਕਤ ਦਿਓ, ਠੀਕ ਹੋ ਜਾਂਦਾ. ਅੱਛਾ, ਇਹ ਕਿਵੇਂ ਪਤਾ ਲੱਗਦਾ ਫਿਰ ਵੀ ਇਹ ਫਲੂ ਜਾਂ ਕੋਵਿਡ ਨਹੀਂ ਗਾ? ਉਹਦੇ ਲਈ ਤਾਂ ਕੋਵਿਡ ਟੈਸਟ ਬਣਾਏ ਸੀਗੇ ਨਾ ਅਸੀਂ, ਤੇ ਲਾਈਕ ਸੋ ਕੋਵਿਡ ਟੈਸਟ ਵੀ ਹੁਣ ਕਰਦੇ ਹਾਂ ਆਈ ਰੈਗੂਲਰਲੀ. ਯੈਸ, ਮੈਂ ਸਾਰਿਆਂ ਨੂੰ ਕਹਿਣਾ, ਕਿਉਂਕਿ 3 ਵਾਇਰਸਿਸ ਜਿਹੜੀ ਅਸੀਂ ਗੱਲ ਕਰੀ ਸੀ ਨਾ, ਇਨਫਲੂਐਂਜ਼ਾ ਵਾਇਰਸ ਜਿਹੜਾ ਫਲੂ ਹੈਗਾ, RSV ਰੈਸਪੀਰੇਟਰੀ ਸਿੰਕਟਿਕੋ ਵਾਇਰਸ, ਐਂਡ ਜਿਹੜਾ ਕੋਵਿਡ ਹੈਗਾ. ਫਲੂ ਤੇ RSV ਦੇ ਅਸੀਂ ਜ਼ਿਆਦਾ ਟੈਸਟ ਨਹੀਂ ਕਰਦੇ. ਸੋ ਐਟ ਅ ਟਾਈਮ ਇੱਕੋ ਹੀ ਅਟੈਕ ਕਰਦਾ? ਉਹ ਪੁੱਛ ਕੇ ਨਹੀਂ ਕਰਦਾ, ਬਸ ਕਰ ਦਿੰਦਾ. ਨਹੀਂ, ਤਿੰਨੇ ਹੀ ਕਰ ਦਿੰਦੇ ਆ ਇਨ ਅ ਸੈਂਸ. ਲਾਈਕ ਉਹ ਇਹ ਗੱਲ ਹੈਗੀ ਨਾ ਕਿ ਐਕਸਪੋਜਰ, ਜੇ ਐਕਸਪੋਜਰ ਹੈਗਾ, ਜੇ ਤੁਸੀਂ ਕੋਲੇ ਕੋਵਿਡ ਸੀਗਾ ਤੇ ਤੁਸੀਂ ਕੋਵਿਡ ਉਹਦੇ ਨਾਲ ਇੰਟਰੈਕਟ ਕਰੋਗੇ ਤਦ ਹੀ ਕੋਵਿਡ ਹੋਊਗਾ ਨਾ. ਨਹੀਂ, ਕਈ ਮਾਪਿਆਂ ਨੂੰ ਫਿਕਰ ਇਹ ਆ, ਚਿੰਤਾ ਇਹ ਆ ਕਿ ਫਲੂ ਦੀ ਤੁਸੀਂ ਦਵਾਈ ਦੇ ਰਹੇ ਹੋ, ਹਾਂਜੀ, ਪਰ ਉਹ ਕਹਿੰਦੇ ਫਲੂ ਵੀ ਆ, ਕੋਵਿਡ ਵੀ ਆ, RSV ਵੀ ਆ, ਤਿੰਨੇ ਹੀ ਆ ਮੇਰੇ ਬੱਚੇ ਨੂੰ. ਫਿਰ ਹੋ ਸਕਦੇ ਆ ਤਿੰਨੇ? ਥਿਓਰੈਟਿਕਲੀ ਯੈਸ, ਹਾਂਜੀ, ਹੋ ਤਾਂ ਸਕਦੇ ਆ, ਕਿਉਂ ਨਹੀਂ ਹੋ ਸਕਦੇ? ਅੱਛਾ, ਰਾਈਟ. ਕੁਝ ਲੋਕਾਂ ਨੂੰ ਡਾਇਬਟੀਜ਼ ਵੀ ਹੈਗੀ, ਕੋਲੈਸਟਰੋਲ ਵੀ ਹੈਗਾ, XYZ ਹੋਰ ਬਿਮਾਰੀਆਂ ਵੀ ਹੋ ਸਕਦੀਆਂ, ਆਸਟੀਓਪੋਰੋਸਿਸ ਜਿਹੜੀ ਅਸੀਂ ਗੱਲ ਕੀਤੀ ਸੀ. ਤਿੰਨੇ ਬਿਮਾਰੀਆਂ theoretically ਇਕੱਠੇ ਹੋ ਸਕਦੇ ਆ. Theoretically yes. So ਫਿਰ ਸਾਰੇ ਹੋਣ ਦੇ ਕੀ ਹੈ? Percentage very low. Odds of being exposed to all of them at the same time, low percentage ਹੈਗੀ ਨਾ, ਜੇ ਤੁਸੀਂ ਇੰਨੀ environment ਦੇ ਵਿੱਚ ਨਹੀਂ ਹੈਗੇ ਹੋ, ਰਾਈਟ. ਇਹਨਾਂ ਦਾ ਇਲਾਜ ਐਂਟੀਬਾਇਓਟਿਕ ਨਹੀਂ. ਐਂਟੀਬਾਇਓਟਿਕ ਅਸੀਂ ਕਿਉਂ ਦਿੰਦੇ ਹਾਂ? ਦੈਟਸ ਅ ਰੀਲੀ ਇੰਪੋਰਟੈਂਟ ਸਬਜੈਕਟ. ਕਿਉਂਕਿ ਮੈਨੂੰ ਫੋਨ ਕਰਕੇ ਹਰ ਪੇਸ਼ੈਂਟ ਪੁੱਛਦਾ ਕਿ, ਕਿਉਂਕਿ ਮੈਂ ਜਦ ਕਹਿੰਦਾ ਨਾ ਫਲੂ ਹੈਗਾ, ਫਿਰ ਮੈਂ ਪੁੱਛਦਾ ਤੁਸੀਂ ਖੁਸ਼? ਮੈਂ ਫਲੂ ਕਹਿ ਤਾ, 90% ਪੇਸ਼ੈਂਟ ਕਹਿੰਦੇ ਨਹੀਂ ਮੈਂ ਖੁਸ਼ ਨਹੀਂ, ਕਿਉਂਕਿ ਮੈਂ ਐਂਟੀਬਾਇਓਟਿਕ ਚਾਹੀਦੀ ਸੀ. ਯੂ ਨੋ, ਕਿਉਂਕਿ ਜਦ ਪੇਸ਼ੈਂਟ ਜਦ ਡਾਕਟਰ ਨੂੰ ਫੋਨ ਕਰਦਾ, ਇੱਕ ਐਕਸਪੈਕਟੇਸ਼ਨ ਹੁੰਦੀ ਹੈ, ਸਾਨੂੰ ਸਿਖਾਇਆ ਜਾਂਦਾ ਸਾਡੇ ਸਕੂਲਾਂ ਦੇ ਵਿੱਚ ਵੀ, ਕਿ ਦੇयर ਇਜ਼ ਐਨ ਐਕਸਪੈਕਟੇਸ਼ਨ ਦੈਟ ਦ ਪੇਸ਼ੈਂਟ ਕਮਸ ਵਿਦ, ਕਿ ਡਾਕਟਰ ਮੇਰੀ ਇਹ ਦੱਸ ਦੇ ਨਾ ਮੈਂ ਖੁਸ਼ ਹੋ ਜਾਊਂਗਾ. ਫੋਰ ਐਗਜ਼ਾਮਪਲ ਹੈਡੇਕ ਹੈਗਾ, ਮੈਨੂੰ ਇਹ ਦੱਸ ਦਿਓ ਨਾ ਟਿਊਮਰ ਨਹੀਂ ਹੈਗਾ ਸਰ 'ਚ, ਮੈਂ ਹੈਪੀਲੀ ਚੱਲ ਜਾਊਂਗਾ. ਜੇ ਮੈਂ ਇਹ ਦੱਸ ਕੇ ਚੱਲਦਾ ਨਾ ਕਿ ਮਾਈਗ੍ਰੇਨ ਹੈਗਾ, ਕੁਝ ਖਾ ਲਿਓ, ਲੇਕਿਨ ਮੈਂ ਜਦ ਇਹ ਨਹੀਂ ਦੱਸਿਆ ਨਾ ਕਿ ਟਿਊਮਰ ਨਹੀਂ ਹੈਗਾ, ਬੰਦੇ ਦੇ ਦਿਮਾਗ 'ਚ ਰਹਿੰਦਾ ਕਿ ਯਾਰ ਡਾਕਟਰ ਮੈਨੂੰ ਦੱਸਿਆ ਨਹੀਂ, ਮੇਰੀ ਇੱਕ ਚਾਹਤ ਸੀਗੀ ਕਿ ਮੈਂ ਪੁੱਛ ਲੈਂਦਾ. ਦੈਟਸ ਵਾਈ ਇਟਸ ਰੀਲੀ ਇੰਪੋਰਟੈਂਟ ਕਿ ਡਾਕਟਰ ਪੁੱਛੇ, ਜਾਂ ਤੁਸੀਂ ਵੀ ਆਪਣੀ ਦੱਸੋ ਕਿ ਡਾਕਟਰ ਸਾਹਿਬ ਮੈਨੂੰ ਇਹ ਚੀਜ਼ ਦੀ ਡਰ ਹੈਗਾ, ਇਹ ਤੁਸੀਂ ਮੇਰੇ ਦਿਮਾਗ ਤੋਂ ਕੱਢ ਦਿਓ ਅਤੇ ਮੈਂ ਖੁਸ਼ ਹਾਂ. ਜਸਟ ਲਾਈਕ ਦੈਟ, ਕਮਿੰਗ ਟੂ ਦਿਸ ਟੋਪਿਕ ਇਜ਼ ਐਂਟੀਬਾਇਓਟਿਕ ਦੇਣ ਦਾ. Antibiotics are made for bacterial infections, right? Antivirals are made for viral infections. Majority of the